ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਈਜ਼ੀ ਲਰਨਿੰਗ ਪੰਜਾਬੀ ਕਲਾਸਿਸ ਵਿੱਚ ਨੀਲਮ ਰਹੇਜਾ ਵੱਲੋਂ ਤੁਹਾਡਾ ਸਵਾਗਤ ਹੈ। ਬੱਚਿਓ, ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਹਾਣੀ ਨੀਲੀ ਦੇ ਪ੍ਰਸ਼ਨ ਉੱਤਰ ਕਰਾਂਗੇ। ਇਸ ਦੇ ਵਿੱਚ ਅੱਜ ਅਸੀਂ ਸੰਖੇਪ ਉੱਤਰ ਵਾਲੇ ਪ੍ਰਸ਼ਨ, ਛੋਟੇ ਉੱਤਰ ਵਾਲੇ ਪ੍ਰਸ਼ਨ ਅਤੇ ਨਿਬੰਧਾਤਮਕ ਪ੍ਰਸ਼ਨਾਂ ਦੇ ਉੱਤਰ ਕਰਾਂਗੇ। ਇਸ ਦਾ ਪਹਿਲਾ ਪ੍ਰਸ਼ਨ ਹੈ, ਨੀਲੀ ਕਹਾਣੀ ਦਾ ਆਲੋਚਨਾਤਮਕ ਸਾਰ ਲਿਖੋ। ਇਸ ਦਾ ਉੱਤਰ ਆਵੇਗਾ, ਨੀਲੀ ਦੇ ਸੋਹਣੀ ਤੇ ਸਿਹਤਮੰਦ ਗਾਂ ਹੋਣ ਕਰਕੇ ਕਹਾਣੀਕਾਰ ਦੀ ਤ੍ਰੀਮਤ ਨੇ ਉਸਨੂੰ, ਤ੍ਰੀਮਤ ਮਤਲਬ ਉਸਦੀ ਪਤਨੀ ਨੇ ਉਸਨੂੰ ਵਧੀਆ ਦੁੱਧ ਲੈਣ ਵਾਲੀ ਪਸੰਦ ਕੀਤਾ ਸੀ। ਗਵਾਲਾ ਹਰ ਰੋਜ਼ ਸਵੇਰੇ ਉਸਦੀ ਮਰਜ਼ੀ ਦੇ ਮਸਾਲੇ ਦੀ ਟੋਕਰੀ ਚੁੱਕੀ ਨੀਲੀ ਨੂੰ ਲੈ ਕੇ ਉਹਨਾਂ ਦੇ ਘਰ ਆਉਂਦਾ ਤੇ ਉਸ ਦੇ ਅੱਗੇ ਮਸਾਲੇ ਦੀ ਟੋਕਰੀ ਰੱਖ ਕੇ ਉਸ ਦਾ ਦੁੱਧ ਚੋ ਕੇ ਦੇ ਜਾਂਦਾ। ਕੁਝ ਸਮਾਂ ਨੀਲੀ ਦੇ ਸੂਣ ਵਾਲੀ ਹੋਣ ਕਰਕੇ ਦੁੱਧ ਬੰਦ ਰਿਹਾ ਤੇ ਫਿਰ ਉਹ ਆਪਣੀ ਵੱਛੀ ਵੀ ਨਾਲ ਆਉਣ ਲੱਗ ਪਈ। ਹਰ ਗਵਾਲੇ ਨੇ ਮਸਾਲੇ ਦੀ ਟੋਕਰੀ ਲਿਆਉਣੀ ਬੰਦ ਕਰ ਦਿੱਤੀ, ਕਿਉਂਕਿ ਹੁਣ ਗਾਂ ਆਪਣੀ ਵੱਛੀ ਦੇ ਮੂੰਹ ਮਾਰਨ ਤੇ ਹੀ ਦੁੱਧ ਲਾ ਦਿੰਦੀ ਸੀ। ਕਹਾਣੀਕਾਰ ਦੀ ਪਤਨੀ ਗਵਾਲੇ ਨੂੰ ਕਹਿੰਦੀ ਸੀ ਕਿ ਉਹ ਕੁਝ ਦੁੱਧ ਵੱਛੀ ਲਈ ਵੀ ਛੱਡਿਆ ਕਰੇ, ਪਰ ਉਹ ਲਾਲਚੀ ਹੋਣ ਕਰਕੇ ਅਜਿਹਾ ਨਹੀਂ ਸੀ ਕਰਦਾ, ਜਿਸ ਕਰਕੇ ਵੱਛੀ ਜਿਹੜੀ ਸੀ ਉਹ ਮਰ ਗਈ ਤੇ ਨਾਲ ਹੀ ਨੀਲੀ ਨੇ ਆਪਣਾ ਖਾਣਾ ਪੀਣਾ ਤੇ ਦੁੱਧ ਦੇਣਾ ਵੀ ਛੱਡ ਦਿੱਤਾ। ਅਗਲੀ ਸਵੇਰ ਨੀਲੀ ਕਹਾਣੀਕਾਰ ਦੇ ਗੇਟ ਅੱਗੇ ਆਈ। ਉਹ ਜਿਵੇਂ ਨਿਮੋਝਨ ਤੇ ਉਦਾਸ ਸੀ। ਗਵਾਲਾ ਵੀ ਆ ਗਿਆ। ਉਸਨੇ ਮਸਾਲੇ ਦੀ ਟੋਕਰੀ ਰੱਖ ਕੇ ਹੱਥ ਨਾਲ ਉਸਦੀ ਖੁਸ਼ਬੂ ਖਿਲਾਰ ਕੇ ਨੀਲੀ ਨੂੰ ਖਾਣ ਲਈ ਪ੍ਰੇਰਨ ਦੀ ਕੋਸ਼ਿਸ਼ ਵਾਰ-ਵਾਰ ਕੀਤੀ, ਪਰ ਉਸਨੇ ਮਾੜੀ ਮੋਟੀ ਹਿਲਜੁਲ ਤਾਂ ਕੀਤੀ, ਪਰ ਬਿਨਾਂ ਖਾਣ ਵਿੱਚ ਰੁਚੀ ਨਾ ਦਿਖਾਈ। ਗਵਾਲਾ ਟੋਕਰੀ ਚੁੱਕ ਕੇ ਤੁਰ ਪਿਆ ਤੇ ਨੀਲੀ ਵੀ ਨਾਲ-ਨਾਲ ਚਲੀ ਗਈ। ਅਗਲੇ ਦਿਨ ਗਵਾਲਾ ਫਿਰ ਮੂੰਹ ਚਾਖਣੇ ਮਤਲਬ ਸਵੇਰੇ ਹੀ ਮਸਾਲੇ ਦੀ ਟੋਕਰੀ ਚੁੱਕੀ ਨੀਲੀ ਨੂੰ ਲੈ ਕੇ ਆ ਗਿਆ। ਉਸਨੇ ਫਿਰ ਕੋਸ਼ਿਸ਼ ਕੀਤੀ ਤੇ ਨੀਲੀ ਨੇ ਭੁੱਖੀ ਹੋਣ ਕਰਕੇ ਮਸਾਲਾ ਤਾਂ ਖਾਣਾ ਸ਼ੁਰੂ ਕਰ ਦਿੱਤਾ, ਪਰ ਗਵਾਲੇ ਨੂੰ ਥੰਨਾ ਨੂੰ ਹੱਥ ਨਾ ਲਾਉਣ ਦਿੱਤਾ। ਗਵਾਲਾ ਕ੍ਰੋਧ ਵਿੱਚ ਟੋਕਰੀ ਚੁੱਕ ਕੇ ਤੁਰ ਪਿਆ। ਉਹ ਉੱਥੇ ਹੀ ਖੜੋਤੀ ਰਹੀ, ਜਿਵੇਂ ਉਸਨੂੰ ਕਹਿ ਰਹੀ ਹੋਵੇ ਕਿ ਉਹ ਉਸ ਦੇ ਦੁੱਖ ਨੂੰ ਨਹੀਂ ਸਮਝਦਾ। ਉਸਨੇ 3 ਦਿਨਾਂ ਦੀ ਭੁੱਖੀ ਹੋਣ ਕਰਕੇ ਖਾਣਾ ਸ਼ੁਰੂ ਕਰ ਦਿੱਤਾ ਹੈ, ਪਰ ਉਹ ਦੁੱਧ ਤੋਂ ਨਵਿੱਤਰ ਨਹੀਂ ਹੋਈ। ਅੱਗੇ ਤਾਂ ਉਸਦੀ ਲਾਡਲੀ ਦੇ ਹੋਠਾਂ ਦੀ ਛੋਹ ਨਾਲ ਹੀ ਉਸਦਾ ਦੁੱਧ ਲੈ ਆਉਂਦਾ ਸੀ, ਪਰ ਹੁਣ ਉਹ ਲੈਂਦਾ ਹੀ ਨਹੀਂ। ਪਰ ਕੁਝ ਦਿਨਾਂ ਤੱਕ ਜਦੋਂ ਉਹ ਉਸਨੂੰ ਭੁੱਲ ਜਾਵੇਗੀ ਤਾਂ ਪਹਿਲਾਂ ਵਾਂਗ ਹੀ ਦੁੱਧ ਦੇਣ ਲੱਗ ਪਵੇਗੀ, ਪਰ ਉਹ ਉਸਨੂੰ ਭੁੱਖੀ ਨਾ ਮਾਰੇ। ਇਸ ਦਾ ਦੂਜਾ ਪ੍ਰਸ਼ਨ ਹੈ, ਨੀਲੀ ਕਹਾਣੀ ਦਾ ਵਿਸ਼ਾ ਕੀ ਹੈ? ਇਸ ਬਾਰੇ ਵਿਚਾਰ ਕਰੋ। ਨੀਲੀ ਕਹਾਣੀ ਦਾ ਮੁੱਖ ਵਿਸ਼ਾ ਪਸ਼ੂ ਦਾ ਆਪਣੇ ਬੱਚੇ ਲਈ ਪਿਆਰ ਤੇ ਮੋਹ ਹੈ। ਕਹਾਣੀ ਵਿੱਚ ਨੀਲੀ ਦਾ ਆਪਣੀ ਵੱਛੀ ਦੇ ਬੁੱਲ੍ਹਾਂ ਦੀ ਛੋਹ ਨਾਲ ਹੀ ਦੁੱਧ ਲਾ ਦੇਣਾ, ਪਰ ਉਸ ਦੇ ਮਰ ਜਾਣ ਪਿੱਛੋਂ ਉਸਦਾ ਕੁਝ ਦਿਨ ਕੁਝ ਵੀ ਨਾ ਖਾਣਾ ਤੇ ਨਾ ਦੁੱਧ ਦੇਣਾ ਉਸ ਦੇ ਆਪਣੇ ਬੱਚੇ ਨਾਲ ਮੋਹ ਨੂੰ ਪ੍ਰਗਟ ਕਰਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪਸ਼ੂਆਂ ਵਿੱਚ ਵੀ ਮਮਤਾ ਹੁੰਦੀ ਹੈ। ਉਹ ਵੀ ਮਨੁੱਖਾਂ ਵਾਂਗ ਆਪਣੇ ਬੱਚਿਆਂ ਨਾਲ ਮੋਹ ਤੇ ਪਿਆਰ ਰੱਖਦੇ ਹਨ, ਤੇ ਜੇਕਰ ਕਿਸੇ ਕਾਰਨ ਬੱਚੇ ਦੀ ਮੌਤ ਹੋ ਜਾਵੇ ਤਾਂ ਉਹ ਵੀ ਦੁਖੀ ਤੇ ਉਦਾਸ ਹੁੰਦੇ ਹਨ। ਉਹਨਾਂ ਦੀ ਭੁੱਖ ਮਾਰੀ ਜਾਂਦੀ ਹੈ ਤੇ ਜੇਕਰ ਉਹ ਲਵੇਰੇ ਹੋਣ ਤਾਂ ਉਹਨਾਂ ਦੇ ਦੁੱਧ ਉਤਰਨ ਦੇ ਕਾਰਜ ਵਿੱਚ ਰੁਕਾਵਟ ਪੈ ਜਾਂਦੀ ਹੈ। ਪਰੰਤੂ ਜਦੋਂ ਹੌਲੀ-ਹੌਲੀ ਇਸ ਦੁੱਖ ਦਾ ਅਸਰ ਘਟਦਾ ਹੈ ਤਾਂ ਉਹਨਾਂ ਦੀ ਭੁੱਖ ਵੀ ਪਰਤਣ ਲੱਗਦੀ ਹੈ। ਪਰਤਣ ਮਤਲਬ ਵਾਪਸ ਉਹਨਾਂ ਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਹੋਰ ਕਾਰਜ ਵੀ ਆਮ ਵਰਗੇ ਹੋ ਜਾਂਦੇ ਹਨ। ਇਸ ਦੇ ਨਾਲ ਹੀ ਇਸ ਕਹਾਣੀ ਵਿੱਚ ਪਸ਼ੂਆਂ ਦੀ ਸਮਝਦਾਰੀ ਤੇ ਸੰਵੇਦਨਸ਼ੀਲਤਾ ਦੀ ਝਲਕ ਵੀ ਪੇਸ਼ ਕੀਤੀ ਗਈ ਹੈ। ਇਸ ਤੋਂ ਬਾਅਦ ਹੈ ਦੂਜਾ ਵਿਸ਼ਾ। ਇਸ ਵਿਸ਼ੇ ਦਾ ਦੂਜਾ ਪੱਖ ਇਹ ਹੈ ਕਿ ਮਨੁੱਖ ਦੀ ਵਪਾਰਕ ਰੁਚੀ ਤੇ ਲਾਲਚ ਹੈ, ਜਿਸ ਅਧੀਨ ਉਹ ਪਸ਼ੂਆਂ ਦੀਆਂ ਭਾਵਨਾਵਾਂ ਨੂੰ ਨਾ ਸਮਝਦਾ ਹੋਇਆ ਉਹਨਾਂ ਦੇ ਸ਼ੋਸ਼ਣ ਕਰਨਾ ਚਾਹੁੰਦਾ ਹੈ, ਰੱਜ ਕੇ ਸ਼ੋਸ਼ਣ ਕਰਨਾ ਚਾਹੁੰਦਾ ਹੈ। ਜਿਸ ਤਰ੍ਹਾਂ ਗਵਾਲਾ ਨੀਲੀ ਦੇ ਦੁੱਧ ਤੋਂ ਵੱਧ ਪੈਸੇ ਪ੍ਰਾਪਤ ਕਰਨ ਲਈ ਵੱਛੀ ਲਈ ਉਸਦਾ ਦੁੱਧ ਜਿਹੜਾ ਸੀ ਉਹ ਉਸਨੂੰ ਨਹੀਂ ਛੱਡਦਾ ਤੇ ਫਿਰ ਉਹ ਉਦੋਂ ਬੁਰੀ ਤਰ੍ਹਾਂ ਬੇਚੈਨ ਰਹਿੰਦਾ ਹੈ ਜਦੋਂ ਉਹ ਦੁਖੀ ਅਵਸਥਾ ਵਿੱਚ ਵਿਚਰਦੀ ਦੁੱਧ ਨਹੀਂ ਦਿੰਦੀ।
ਗਵਾਲੇ ਦਾ ਉਸਦੇ ਦੁੱਖ ਦੇ ਨਾਲ ਕੋਈ ਮਤਲਬ ਨਹੀਂ, ਸਿਰਫ ਆਪਣੇ ਵਪਾਰ ਤੇ ਲਾਲਚ ਨਾਲ ਹੈ। ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਬਹੁਪਰਤੀ ਹੈ। ਇਸ ਦਾ ਤੀਜਾ ਪ੍ਰਸ਼ਨ ਹੈ, ਨੀਲੀ ਦਾ ਚਰਿੱਤਰ ਚਿਤਰਨ ਕਰੋ। ਨੀਲੀ ਜਿਹੜੀ ਹੈ ਉਹ ਇੱਕ ਗਾਂ ਦਾ ਨਾਂ ਹੈ ਜਿਸ ਦਾ ਰੰਗ ਗੋਰਾ ਹੈ। ਉਸ ਨੂੰ ਮਸਾਲੇਦਾਰ ਚਾਰਾ ਬਹੁਤ ਪਸੰਦ ਸੀ ਅਤੇ ਮਸਾਲਾ ਖਾਂਦੀ ਹੀ ਉਹ ਦੁੱਧ ਦੇ ਕੇ ਉਸ ਨੂੰ ਦੁੱਧ ਦਿੰਦੀ ਸੀ। ਉਹ ਬਹੁਤ ਸਮਝਦਾਰ ਅਤੇ ਸੰਵੇਦਨਸ਼ੀਲ ਸੀ। ਉਹ ਜਦੋਂ ਕਹਾਣੀਕਾਰ ਦੇ ਘਰ ਆਉਂਦੀ ਸੀ ਤਾਂ ਆਪਣੇ ਸਿੰਗਾਂ ਨਾਲ ਗੇਟ ਖੜਕਾਉਣ ਲੱਗ ਪੈਂਦੀ ਸੀ ਅਤੇ ਫਿਰ ਉਸ ਨੇ ਕਿਆ ਕਰ ਦਿੱਤਾ, ਸੁਆ ਦਿੱਤਾ, ਯਾਨੀ ਕਿ ਆਪਣਾ ਵੱਛੀ ਨੂੰ ਪੈਦਾ ਕੀਤਾ ਅਤੇ ਉਸ ਨਾਲ ਉਸ ਵਰਗੀ ਸੋਹਣੀ ਵੱਛੀ ਵੀ ਅੱਗੋਂ ਤੋਂ ਆਉਣ ਲੱਗ ਪਈ। ਤਾਂ ਉਹ ਉਸ ਦੁਆਰਾ ਥਣਾਂ ਨੂੰ ਮੂੰਹ ਜਦੋਂ ਉਸ ਨੂੰ ਛੂੰਹਦੀ ਸੀ ਤਾਂ ਦੁੱਧ ਆਪਣੇ ਆਪ ਜਿਹੜਾ ਸੀ ਉਹ ਲੈ ਪੈਂਦਾ ਸੀ। ਇਸ ਤਰ੍ਹਾਂ ਉਹ ਮਮਤਾ ਨਾਲ ਭਰਪੂਰ ਸੀ। ਪਰ ਜਦੋਂ ਉਸ ਦੀ ਵੱਛੀ ਮਰ ਗਈ ਤਾਂ ਉਹ ਬਹੁਤ ਉਦਾਸ ਹੋ ਗਈ। ਉਸਨੇ ਦੁੱਧ ਦੇਣਾ ਛੱਡ ਦਿੱਤਾ ਅਤੇ ਖਾਣਾ ਪੀਣਾ ਵੀ ਛੱਡ ਦਿੱਤਾ। ਉਹ ਗਵਾਲੇ ਦੁਆਰਾ ਦੁੱਧ ਲੈਣ ਲਈ ਦਿੱਤੇ ਜਾ ਰਹੇ ਮਸਾਲੇ ਦੇ ਲਾਲਚ 'ਤੇ ਉਸ ਦੁਆਰਾ ਦਿਖਾਏ ਪਿਆਰ ਅਤੇ ਉਸ ਦੀ ਪੁਚਕਾਰ ਵਿੱਚ ਵੀ ਉਹ ਰੁਚੀ ਨਹੀਂ ਸੀ ਲੈ ਰਹੀ। ਪਰ 3 ਦਿਨਾਂ ਕੁਝ ਨਾ ਖਾਣ ਕਰਕੇ ਭੁੱਖ ਦੀ ਸਤਾਈ ਉਹ ਮਸਾਲਾ ਤਾਂ ਖਾਣ ਲੱਗ ਪਈ, ਪਰ ਦੁੱਧ ਉਸਨੇ ਫਿਰ ਵੀ ਨਾ ਦਿੱਤਾ ਕਿਉਂਕਿ ਉਹ ਗਵਾਲੇ ਨਾਲ ਨਾਰਾਜ਼ ਸੀ। ਉਹ ਨਹੀਂ ਸੀ ਸਮਝ ਰਿਹਾ ਸੀ ਕਿ ਉਸ ਦਾ ਜਿਹੜਾ ਬੱਚਾ ਹੈ ਉਹ ਮਰਿਆ ਹੈ। ਅਜੇ ਉਸ ਦੇ ਬੱਚੇ ਨੂੰ ਮਰੇ ਹੋਏ ਥੋੜ੍ਹੇ ਹੀ ਦਿਨ ਹੋਏ ਹਨ ਅਤੇ ਉਹ ਥੋੜ੍ਹੇ ਦਿਨ ਹੋਰ ਛੇਤੀ ਉਸ ਨੂੰ ਭੁੱਲ ਨਹੀਂ ਸਕਦੀ। ਇਸ ਦੁੱਖ ਕਾਰਨ ਉਸ ਦਾ ਦੁੱਧ ਉਤਰਦਾ ਨਹੀਂ ਸੀ। ਇਸ ਪ੍ਰਕਾਰ ਉਹ ਇੱਕ ਸੰਵੇਦਨਸ਼ੀਲ ਅਤੇ ਦੁਖਾਂਤਕ ਜਿਹੜੀ ਸੀ ਉਹ ਪਾਤਰ ਹੈ। ਇਹ ਹੈ ਨੀਲੀ ਗਾਂ ਦਾ ਚਰਿੱਤਰ ਚਿਤਰਨ। ਅਗਲਾ ਪ੍ਰਸ਼ਨ ਹੈ, ਕਹਾਣੀ ਦੀ ਤ੍ਰੀਮਤ ਯਾਨੀ ਕਿ ਕਹਾਣੀਕਾਰ ਦੀ ਜਿਹੜੀ ਪਤਨੀ ਸੀ ਉਸ ਦਾ ਚਰਿੱਤਰ ਚਿਤਰਨ ਲਿਖੋ ਜਾਂ ਉਸ ਦਾ ਚਰਿੱਤਰ ਚਿਤਰਨ ਕਰੋ। ਇਸ ਦਾ ਉੱਤਰ ਆਵੇਗਾ, ਕਹਾਣੀਕਾਰ ਦੀ ਪਤਨੀ ਨੀਲੀ ਕਹਾਣੀ ਦੀ ਇੱਕ ਪਾਤਰ ਹੈ। ਉਹ ਇੱਕ ਬੱਚੀ ਦੀ ਮਾਂ ਹੈ। ਉਹ ਆਪਣੇ ਪਰਿਵਾਰ ਲਈ ਚੰਗੀ ਖੁਰਾਕ ਪ੍ਰਾਪਤ ਕਰਨ ਦੀ ਚਾਹਵਾਨ ਹੈ। ਚਾਹਵਾਨ ਮਤਲਬ ਇੱਛਾ ਰੱਖਦੀ ਹੈ। ਇਸ ਵਿਚਾਰ ਦੀ ਧਾਰਨੀ ਹੋਣ ਕਰਕੇ ਉਸਨੇ ਦੁੱਧ ਲੈਣ ਲਈ ਗਵਾਲੇ ਦੇ ਬਹੁਤ ਸਾਰੇ ਡੰਗਰਾਂ ਵਿੱਚੋਂ ਨੀਲੀ ਨਾਂ ਦਾ ਗਊ ਨੂੰ ਚੁਣਿਆ ਸੀ ਕਿਉਂਕਿ ਉਹ ਸਮਝਦੀ ਸੀ ਕਿ ਸੋਹਣੀ ਅਤੇ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ। ਉਹ ਉਸ ਦਾ ਦੁੱਧ ਚੁਆਉਣ ਸਮੇਂ ਜਦੋਂ ਚੁਆਉਂਦੀ ਸੀ ਦੁੱਧ ਉਸਦੇ ਚਾਰੇ ਦੇ ਪੱਧਰ ਉੱਤੇ ਵੀ ਨਜ਼ਰ ਰੱਖਦੀ ਸੀ ਕਿ ਗਵਾਲਾ ਜਿਹੜਾ ਹੈ ਉਹ ਚਾਰਾ ਉਸਨੂੰ ਕਿਸ ਤਰ੍ਹਾਂ ਦਾ ਪਾਉਂਦਾ ਹੈ। ਉਹ ਪਸ਼ੂਆਂ ਲਈ ਦਿਆਲੂ ਅਤੇ ਹਮਦਰਦੀ ਭਰੇ ਸੁਭਾਅ ਵਾਲੀ ਸੀ ਅਤੇ ਉਹ ਚਾਹੁੰਦੀ ਸੀ ਕਿ ਗਵਾਲਾ ਜਿਹੜਾ ਹੈ ਉਹ ਗਾਂ ਦੀ ਵੱਛੀ ਲਈ ਦੁੱਧ ਵੀ ਛੱਡੇ। ਉਸ ਨੂੰ ਗਵਾਲੇ ਦੇ ਵੱਛੀ ਪ੍ਰਤੀ ਬੇਦਰਦੀ ਭਰੇ ਰਵੱਈਏ ਮਤਲਬ ਉਸਦਾ ਜਿਹੜਾ ਵਿਵਹਾਰ ਸੀ ਉਸ ਬਾਰੇ ਉਸਦੇ ਉਹ ਵਿਰੁੱਧ ਸੀ ਅਤੇ ਉਸ ਨੂੰ ਬਹੁਤ ਗੁੱਸਾ ਸੀ। ਉਹ ਸਮਝਦੀ ਸੀ ਕਿ ਗਵਾਲੇ ਨੇ ਲਾਲਚ ਕਰਕੇ ਵੱਛੀ ਮਰ ਗਈ ਹੈ। ਉਹ ਸੰਗਰਾਂਦ ਨੂੰ ਵਿਸ਼ੇਸ਼ ਦਿਨ ਸਮਝਦੀ ਹੋਈ ਚੌਂਕੇ ਨੂੰ ਗੋਹੇ ਮਿੱਟੀ ਨਾਲ ਲਿੱਪਣ ਦੀ ਗੱਲ ਵੀ ਕਰਦੀ ਹੈ। ਅਗਲਾ ਪ੍ਰਸ਼ਨ ਹੈ, ਗਵਾਲੇ ਦਾ ਚਰਿੱਤਰ ਚਿਤਰਨ ਕਰੋ। ਗਵਾਲਾ ਨੀਲੀ ਕਹਾਣੀ ਦਾ ਇੱਕ ਪਾਤਰ ਹੈ। ਉਹ ਗਊਆਂ ਪਾਲਦਾ ਅਤੇ ਦੁੱਧ ਵੇਚਦਾ ਹੈ। ਉਹ ਲਾਲਚੀ ਹੈ ਅਤੇ ਨੀਲੀ ਤੋਂ ਬਹੁਤਾ ਦੁੱਧ ਪ੍ਰਾਪਤ ਕਰਕੇ ਵੇਚਣ ਦੇ ਲਾਲਚ ਵਿੱਚ ਉਹ ਉਸਦੀ ਵੱਛੀ ਲਈ ਦੁੱਧ ਛੱਡਣ ਵੱਲ ਧਿਆਨ ਨਹੀਂ ਸੀ ਦਿੰਦਾ। ਫਿਰ ਉਸਨੇ ਨੀਲੀ ਲਈ ਦੁੱਧ ਚੋਣ ਸਮੇਂ ਕੀ ਕਰਨਾ ਸ਼ੁਰੂ ਕਰ ਦਿੱਤਾ, ਮਸਾਲਾ ਲਿਆਉਣਾ ਵੀ ਛੱਡ ਦਿੱਤਾ ਕਿਉਂਕਿ ਗਾਂ ਵੱਛੀ ਦੇ ਮੂੰਹ ਮਾਰਨ 'ਤੇ ਹੀ ਦੁੱਧ ਲਾ ਦਿੰਦੀ ਸੀ। ਕਹਾਣੀਕਾਰ ਅਤੇ ਉਸਦੀ ਪਤਨੀ ਵੱਲੋਂ ਉਸਨੂੰ ਇਹ ਸ਼ਿਕਾਇਤ ਰਹਿੰਦੀ ਸੀ ਕਿ ਉਹ ਕਿਆ ਕਰੇ। ਉਸ ਕਾਰਨ ਉਸ ਉੱਤੇ ਉਹ ਕਹਿੰਦਾ ਸੀ ਕਿ ਉਸਨੇ ਉਸਦੇ ਚਾਰੇ ਦਾ ਵਕਤ ਜਿਹੜਾ ਹੈ ਉਹ ਬਦਲ ਦਿੱਤਾ ਹੈ। ਇਹ ਕੌਣ ਆਖਦਾ ਸੀ? ਇਹ ਗਵਾਲਾ ਆਖਦਾ ਸੀ ਕਹਾਣੀਕਾਰ ਦੀ ਪਤਨੀ ਨੂੰ। ਉਹ ਬਹਾਨੇਬਾਜ਼ ਵੀ ਬਹੁਤ ਹੈ ਅਤੇ ਕਹਿੰਦਾ ਹੈ ਕਿ ਗਾਂ ਵੱਛੀ ਲਈ ਜਿਹੜੀ ਹੈ ਉਹ ਦੁੱਧ ਛੁਪਾ ਲੈਂਦੀ ਹੈ। ਉਹ ਨੀਲੀ ਦੀ ਮਮਤਾ ਅਤੇ ਬੱਚੇ ਦੀ ਮੌਤ ਦੇ ਦੁੱਖ ਪ੍ਰਤੀ ਅਸੰਵੇਦਨਸ਼ੀਲ ਵਿਅਕਤੀ ਹੈ ਅਤੇ ਇਸ ਗੱਲ ਲਈ ਕਾਹਲਾ ਮਤਲਬ ਉਸਨੂੰ ਜਲਦੀ ਪੈ ਜਾਂਦੀ ਹੈ ਕਿ ਉਸਦਾ ਜਿਹੜਾ ਨੀਲੀ ਦੇ ਦੁੱਧ ਤੋਂ ਕਮਾਈ ਕਰਨ ਦਾ ਲਾਲਚ ਜਿਹੜਾ ਹੈ ਉਹ ਜਲਦੀ ਪੂਰਾ ਹੋ ਸਕੇ। ਹੁਣ ਅਸੀਂ ਛੋਟੇ ਉੱਤਰ ਵਾਲੇ ਪ੍ਰਸ਼ਨ ਕਰਾਂਗੇ।
ਇਸ ਦਾ ਪਹਿਲਾ ਪ੍ਰਸ਼ਨ ਹੈ, ਕਹਾਣੀਕਾਰ ਦੀ ਤ੍ਰੀਮਤ ਯਾਨੀ ਕਿ ਪਤਨੀ ਨੇ ਗਵਾਲੇ ਦੇ ਡੰਗਰਾਂ ਵਿੱਚੋਂ ਕੇਵਲ ਨੀਲੀ ਹੀ ਕਿਉਂ ਪਸੰਦ ਕੀਤੀ ਸੀ? ਇਸ ਦਾ ਉੱਤਰ ਆਵੇਗਾ ਕਿਉਂਕਿ ਉਸ ਦਾ ਵਿਚਾਰ ਸੀ ਕਿ ਸੋਹਣੀ ਤੇ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ। ਦੂਜਾ ਪ੍ਰਸ਼ਨ ਹੈ, ਲੇਖਕ ਦੀ ਤ੍ਰੀਮਤ ਨੇ ਗਵਾਲੇ ਨਾਲ ਕਿਹੜੀਆਂ ਸ਼ਰਤਾਂ ਤੈਅ ਕੀਤੀਆਂ? ਇਸ ਦਾ ਉੱਤਰ ਹੈ, ਲੇਖਕ ਦੀ ਤ੍ਰੀਮਤ ਨੇ ਯਾਨੀ ਕਿ ਉਸ ਦੀ ਪਤਨੀ ਨੇ ਦੁੱਧ ਦਾ ਭਾਅ ਮਤਲਬ ਰੇਟ ਨਿਸ਼ਚਿਤ ਕਰਨ ਸਮੇਂ ਗਵਾਲੇ ਸਾਹਮਣੇ ਇਹ ਸ਼ਰਤ ਰੱਖੀ ਕਿ ਨੀਲੀ ਜਿਹੜੀ ਗਾਂ ਹੈ ਉਸ ਨੂੰ ਦਾਣਾ, ਖਲੀ ਅਤੇ ਵੜੇਵੇਂ ਚਾਰੇ 'ਤੇ ਉਹਨਾਂ ਦੇ ਸਾਹਮਣੇ ਦੁੱਧ ਚੋ ਕੇ ਉਹਨਾਂ ਨੂੰ ਦੇਵੇ। ਤੀਜਾ ਪ੍ਰਸ਼ਨ, ਡੰਗਰ ਨੂੰ ਚੰਗੀ ਖੁਰਾਕ ਮਿਲਣ ਦਾ ਕੀ ਫਾਇਦਾ ਹੈ? ਚੰਗੀ ਖੁਰਾਕ ਨਾਲ ਡੰਗਰ ਚੰਗਾ ਦੁੱਧ ਦਿੰਦਾ ਹੈ ਅਤੇ ਨਾਲ ਹੀ ਉਸ ਵਿੱਚੋਂ ਮੱਖਣ ਵੀ ਬਹੁਤ ਨਿਕਲਦਾ ਹੈ। ਅਗਲਾ ਪ੍ਰਸ਼ਨ ਹੈ, ਕਹਾਣੀਕਾਰ ਹਰ ਰੋਜ਼ ਸਵੇਰੇ ਸਵੇਰੇ ਨੀਲੀ ਨੂੰ ਆਉਂਦੀ ਦੇਖ ਕੇ ਉਸ ਦੀ ਕਾਹਲ ਦਾ ਕਾਰਨ ਕੀ ਸਮਝਦੀ ਸੀ? ਇਸ ਦਾ ਉੱਤਰ ਹੈ, ਕਹਾਣੀਕਾਰ ਸਵੇਰੇ ਸਵੇਰੇ ਆਉਂਦੀ ਨੀਲੀ ਦੀ ਕਾਹਲ ਮਤਲਬ ਜਲਦੀ ਦਾ ਇੱਕ ਕਾਰਨ ਇਹ ਸਮਝਦਾ ਸੀ ਕਿ ਉਸ ਨੂੰ ਚਾਰਾ ਖਾਣ ਦੀ ਕਾਹਲੀ ਹੁੰਦੀ ਸੀ ਯਾਨੀ ਕਿ ਜਲਦੀ ਹੁੰਦੀ ਸੀ, ਅਤੇ ਦੂਜਾ ਕਾਰਨ ਉਹ ਇਹ ਸਮਝਦਾ ਸੀ ਕਿ ਉਸ ਨੂੰ ਚਾਰਾ ਖਾਂਦਿਆਂ ਦੁੱਧ ਦੇ ਕੇ ਸੁਰਖਰੂ ਹੋਣ ਦੀ ਖੁਸ਼ੀ ਹੁੰਦੀ ਸੀ। ਇਸ ਦਾ ਅਗਲਾ ਪ੍ਰਸ਼ਨ ਹੈ, ਨੀਲੀ ਦੀ ਵੱਛੀ ਕਿਹੋ ਜਿਹੀ ਸੀ? ਨੀਲੀ ਦੀ ਵੱਛੀ ਬਿਲਕੁਲ ਨੀਲੀ ਵਰਗੀ ਸੀ। ਗੋਰਾ ਗੋਰਾ ਰੰਗ, ਮਲੂਕੜੀ ਜਿਹੀ ਚਮੜੀ, ਲੰਮੀ ਫੁੰਮਣਦਾਰ ਪੂਛ, ਸ਼ਰਮ ਨਾਲ ਲਾਜ ਅਤੇ ਉਸ ਦੀਆਂ ਜਿਹੜੀਆਂ ਅੱਖਾਂ ਸਨ ਉਹ ਉਸ ਨਾਲ ਭਰੀਆਂ ਹੋਈਆਂ ਸਨ। ਗਵਾਲਾ ਮਸਾਲੇ ਵਿੱਚ ਹੱਥ ਮਾਰ ਕੇ ਕੀ ਖਿਲਾਰਨ ਲੱਗਾ ਅਤੇ ਕਿਉਂ? ਯਾਨੀ ਕਿ ਮਸਾਲੇ ਦੇ ਵਿੱਚ ਜਦੋਂ ਹੱਥ ਮਾਰਦਾ ਸੀ ਉਹਦੇ ਵਿੱਚ ਕੀ ਖਿਲਾਰਦਾ ਸੀ ਅਤੇ ਉਸ ਨੂੰ ਕਿਉਂ ਖਿਲਾਰਦਾ ਸੀ? ਇਸ ਦਾ ਉੱਤਰ ਆਵੇਗਾ, ਗਵਾਲਾ ਮਸਾਲੇ ਵਿੱਚ ਹੱਥ ਮਾਰ ਕੇ ਉਸ ਦੀ ਖੁਸ਼ਬੂ ਖਿਲਾਰਨ ਲੱਗ ਪਿਆ ਤਾਂ ਜੋ ਨੀਲੀ ਉਸ ਨੂੰ ਖਾਣ ਲਈ ਖਿੱਚੀ ਆਵੇ। ਅਗਲਾ ਪ੍ਰਸ਼ਨ ਹੈ, ਗਵਾਲੇ ਨੇ ਨੀਲੀ ਨੂੰ ਮਸਾਲਾ ਖਾਣ ਲਈ ਪਤਿਆਉਂਦਿਆਂ ਕੀ ਕੁਝ ਕੀਤਾ? ਇਸ ਦਾ ਉੱਤਰ ਹੈ, ਇਸ ਉਦੇਸ਼ ਲਈ ਗਵਾਲੇ ਨੇ ਵਾਰ-ਵਾਰ ਮਸਾਲੇ ਦੇ ਵਿੱਚ ਹੱਥ ਮਾਰ ਕੇ ਉਸ ਦੀ ਖੁਸ਼ਬੂ ਖਿਲਾਰੀ, ਪਰ ਜਦੋਂ ਉਸਨੇ ਦੇਖਿਆ ਕਿ ਉਹ ਮਸਾਲਾ ਜਿਹੜਾ ਹੈ ਉਹ ਖਾਣ ਲਈ ਨਹੀਂ ਆ ਰਹੀ ਤਾਂ ਉਸਨੇ ਉਸਦੇ ਸਿਰ, ਮੂੰਹ, ਸਿੰਗਾਂ, ਗਰਦਨ ਅਤੇ ਪਿੰਡੇ 'ਤੇ ਹੱਥ ਫੇਰ ਕੇ ਪਿਆਰ ਕੀਤਾ, ਪਰ ਉਸਨੇ ਫਿਰ ਵੀ ਮਸਾਲਾ ਨਾ ਖਾਧਾ। ਅਗਲਾ ਪ੍ਰਸ਼ਨ ਹੈ, ਨੀਲੀ ਮਸਾਲਾ ਕਿਉਂ ਨਹੀਂ ਖਾ ਰਹੀ ਸੀ? ਇਸ ਦਾ ਉੱਤਰ ਹੈ, ਆਪਣੀ ਵੱਛੀ ਦੇ ਮਰ ਜਾਣ ਕਰਕੇ ਨੀਲੀ ਦੁਖੀ ਅਤੇ ਉਦਾਸ ਸੀ, ਇਸ ਕਰਕੇ ਉਹ ਮਸਾਲਾ ਨਹੀਂ ਸੀ ਖਾ ਰਹੀ। ਵੱਛੀ ਦੇ ਮਰਨ 'ਤੇ ਨੀਲੀ ਦੁੱਧ ਕਿਉਂ ਨਹੀਂ ਸੀ ਦੇ ਰਹੀ? ਇਸ ਦਾ ਮੁੱਖ ਕਾਰਨ ਇਹ ਹੈ ਕਿ ਉਸ ਦੀ ਵੱਛੀ ਦੀ ਮੌਤ ਹੋ ਗਈ ਸੀ ਅਤੇ ਉਹ ਗਮ ਵਿੱਚ ਸੀ। ਗਮ ਵਿੱਚ ਮਤਲਬ ਉਹ ਬਹੁਤ ਦੁਖੀ ਸੀ। ਦੂਸਰੇ ਉਸ ਨੂੰ ਦੁੱਧ ਉਤਰਨਾ ਹੀ ਬੱਚੀ ਲਈ ਸੀ, ਪਰ ਜਦੋਂ ਉਹ ਨਹੀਂ ਸੀ ਰਹੀ ਤਾਂ ਉਸਨੇ ਦੁੱਧ ਕਰਨਾ ਵੀ ਕੀ ਸੀ? ਅਗਲਾ ਪ੍ਰਸ਼ਨ ਹੈ, ਗਵਾਲਾ ਕੀ ਨਹੀਂ ਸੀ ਸਮਝਦਾ? ਇਸ ਦਾ ਉੱਤਰ ਆਵੇਗਾ, ਗਵਾਲਾ ਨੀਲੀ ਦੇ ਵੱਛੀ ਦੇ ਮਰਨ ਦੇ ਦੁੱਖ ਨੂੰ ਨਹੀਂ ਸੀ ਸਮਝਦਾ। ਇਸ ਤਰ੍ਹਾਂ ਉਹ ਮਾਂ ਅਤੇ ਬੱਚੇ ਦੇ ਸੰਬੰਧਾਂ ਤੋਂ ਅਣਜਾਣ ਸੀ। ਜਿਸ ਮਾਂ ਦੇ ਬੱਚੇ ਨੂੰ ਮਰਿਆਂ 3 ਦਿਨ ਹੋਏ ਹੋਣ ਉਸਦਾ ਵਿਹਾਰ ਇੰਨੀ ਛੇਤੀ ਆਰਾਮ ਵਰਗਾ ਕਿਵੇਂ ਹੋ ਸਕਦਾ ਹੈ? ਅਗਲਾ ਪ੍ਰਸ਼ਨ ਹੈ, ਕਹਾਣੀ ਦੇ ਅੰਤ ਵਿੱਚ ਨੀਲੀ ਗਵਾਲੇ ਨੂੰ ਕੀ ਵਿਸ਼ਵਾਸ ਦਿਵਾਉਂਦੀ ਹੈ? ਇਸ ਦਾ ਉੱਤਰ ਆਵੇਗਾ, ਨੀਲੀ ਆਪਣੇ ਗੁੱਸੇ ਹੋ ਗਏ ਮਾਲਕ ਗਵਾਲੇ ਨੂੰ ਵਿਸ਼ਵਾਸ ਦਿਵਾਉਣ ਜਾਪਦੀ ਹੈ ਕਿ ਉਹ ਕੁਝ ਦਿਨਾਂ ਤੱਕ ਆਪਣੀ ਵੱਛੀ ਦੇ ਮਰਨ ਦਾ ਕੀ ਕਰੇਗੀ, ਉਹ ਦੁੱਖ ਭੁੱਲ ਜਾਵੇਗੀ, ਯਾਨੀ ਕਿ ਥੋੜ੍ਹੇ ਦਿਨਾਂ ਤੱਕ ਉਹ ਆਪਣੀ ਵੱਛੀ ਦੇ ਮਰਨ ਦਾ ਦੁੱਖ ਭੁੱਲ ਜਾਵੇਗੀ ਅਤੇ ਫਿਰ ਉਹ ਆਮ ਵਾਂਗ ਹੀ ਜਿਵੇਂ ਉਹ ਪਹਿਲਾਂ ਸੀ ਉਂਝ ਹੀ ਹੋ ਜਾਵੇਗੀ ਅਤੇ ਉਸ ਦੀ ਇੱਛਾ ਅਨੁਸਾਰ ਦੁੱਧ ਦੇਣ ਲੱਗ ਪਵੇਗੀ। ਨੀਲੀ ਕਹਾਣੀ ਵਿੱਚ ਮੈਂ ਪਾਤਰ ਕੌਣ ਹੈ? ਇਸ ਦਾ ਉੱਤਰ ਆਵੇਗਾ, ਕਹਾਣੀਕਾਰ ਅਤੇ ਕਥਾਵਾਚਕ ਜਾਂ ਕਥਾਵਾਚਕ। ਅਗਲਾ ਪ੍ਰਸ਼ਨ ਹੈ, ਲੇਖਕ ਦੀ ਤ੍ਰੀਮਤ ਨੇ ਨੀਲੀ ਨੂੰ ਇਸ ਕਰਕੇ ਪਸੰਦ ਕੀਤਾ ਸੀ ਕਿਉਂਕਿ? ਇਸ ਦਾ ਉੱਤਰ ਹੈ, ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ ਜਾਂ ਨੀਲੀ ਦੁੱਧ ਬਹੁਤ ਜ਼ਿਆਦਾ ਦਿੰਦੀ ਸੀ। ਇਸ ਦਾ ਉੱਤਰ ਆਵੇਗਾ, ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ। ਨੀਲੀ ਦੀ ਵੱਛੀ ਦੀ ਸ਼ਕਲ ਨਿਰੀ ਪੂਰੀ ਕਿਸ ਦੇ ਵਰਗੀ? ਨੀਲੀ ਵਰਗੀ ਲੱਗਦੀ ਸੀ। ਇਹ ਠੀਕ ਹੈ ਜਾਂ ਗਲਤ? ਇਸ ਦਾ ਉੱਤਰ ਹੈ ਸਹੀ। ਨੀਲੀ ਦੀ ਵੱਛੀ ਮਰ ਗਈ ਸੀ ਕਿਉਂਕਿ? ਕਿਉਂ ਮਰੀ ਸੀ ਉਸ ਦੀ ਵੱਛੀ? ਕਿਉਂਕਿ ਗਵਾਲਾ ਉਸ ਲਈ ਚੂਲੀ ਭਰ ਦੁੱਧ ਵੀ ਨਹੀਂ ਸੀ
ਛੱਡਦਾ। ਇਸ ਕਹਾਣੀ ਦੇ ਲੇਖਕ ਕੌਣ ਹਨ, ਜਾਂ ਇਸ ਕਹਾਣੀ ਯਾਨੀ ਕਿ ਨੀਲੀ ਕਹਾਣੀ ਦੀ ਰਚਨਾ ਕਿਸ ਨੇ ਕੀਤੀ ਹੈ? ਇਸ ਦਾ ਉੱਤਰ ਆਵੇਗਾ ਕਰਤਾਰ ਸਿੰਘ ਦੁੱਗਲ। ਕਰਤਾਰ ਸਿੰਘ ਦੁੱਗਲ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ? ਇਸ ਦਾ ਉੱਤਰ ਹੈ ਨੀਲੀ। ਨੀਲੀ, ਗਵਾਲਾ, ਕਹਾਣੀਕਾਰ, ਇਹ ਸਾਰੇ ਜਿਹੜੇ ਹਨ ਉਹ ਨੀਲੀ ਦੀ ਵੱਛੀ ਕਿਸ ਕਹਾਣੀ ਦੇ ਪਾਤਰ ਹਨ? ਇਸ ਦਾ ਉੱਤਰ ਹੈ ਨੀਲੀ। ਨੀਲੀ ਕਹਾਣੀ ਦਾ ਪਾਤਰ ਦੱਸੋ। ਇਸ ਦਾ ਉੱਤਰ ਆਵੇਗਾ ਨੀਲੀ, ਗਵਾਲਾ, ਕਹਾਣੀਕਾਰ, ਜਿਸ ਨੇ ਕਿ ਮੈਂ ਪਾਤਰ ਜਿਹੜਾ ਖੁਦ ਵੀ ਉਹ ਆਪ ਉਸ ਦੇ ਵਿੱਚ ਹੈ ਕਹਾਣੀ ਦੇ ਵਿੱਚ, ਪਾਤਰ ਦੀ ਪਤਨੀ ਜਿਸ ਨੂੰ ਤ੍ਰਿਮਤ ਕਿਹਾ ਗਿਆ ਹੈ, ਅਤੇ ਉਸ ਦੀ ਨਿੱਕੀ ਬੱਚੀ ਅਤੇ ਨੀਲੀ ਦੀ ਵੱਛੀ।